अस्सलाम वालेकुम जी, की हाल है मेरे वीरों का? ठीक ठाक हो? अच्छा जी वीडियो, ਜਦੋਂ ਬੰਦਾ ਗਰੀਬ ਹੁੰਦਾ ਨਾ ਉੱਤੇ ਬਿਮਾਰੀਆਂ ਦਾ ਬੋਝ ਪੈ ਜਾਏ ਜਾਂ ਉਹਦੀ ਔਲਾਦ ਦਾ ਇਸ ਤਰ੍ਹਾਂ ਦਾ ਕੋਈ ਮਸਲਾ ਬਣ ਜਾਏ ਨਾ, ਉੱਥੇ ਜ਼ਿੰਦਗੀ ਦੇ ਦੋ ਆਪਸ਼ਨ ਹੁੰਦੇ ਆ। ਜਾਂ ਤਾਂ ਫਿਰ ਕੋਈ ਖੁਦਕੁਸ਼ੀ ਕਰਕੇ ਚਲਾ ਜਾਏ ਦੁਨੀਆ ਤੋਂ। ਸੈਕੰਡ ਆਪਸ਼ਨ ਹੁੰਦਾ ਆ ਫਿਰ ਬੈਠਾ ਇੰਤਜ਼ਾਰ ਕਰੇ ਮੌਤ ਦਾ। ਤੇ ਇਸੇ ਤਰ੍ਹਾਂ ਦੀ ਇੱਕ ਫੈਮਿਲੀ ਆ ਜਿਹਦੇ ਕੋਲ ਅਸੀਂ ਆਏ ਆ ਤੇ ਜਾ ਕੇ ਤੁਹਾਨੂੰ ਸੂਰਤ ਹਾਲ ਸਾਰੀ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚੋਂ ਇਹ ਘਰ ਗੁਜ਼ਰਦਾ ਪਿਆ ਆ। ਤੇ ਇੱਕ ਬਾਜੀ ਤੁਸੀਂ ਦੇਖੀ ਆ ਜਿਹਨੂੰ ਪਹਿਲੇ ਆਕਸੀਜਨ ਦਾ ਮਸਲਾ ਸੀਗਾ, ਸੇਮ ਹੀ ਉਸੇ ਤਰ੍ਹਾਂ ਦਾ ਹੀ ਕੇਸ ਆ ਇਹ। ਤੇ ਜਿੱਥੇ ਅਸੀਂ ਆਏ ਆ ਤੇ ਬਾਕੀ ਜਾ ਕੇ ਤੁਹਾਨੂੰ ਕੰਡੀਸ਼ਨ ਔਰ ਸਿਚੁਏਸ਼ਨ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਫੈਮਿਲੀ ਗੁਜ਼ਰਦੀ ਪਈ ਆ। ਬਾਕੀ ਘਰ ਦੇ ਮੋਹਰੇ ਅਸੀਂ ਆ ਗਏ ਆ ਤੇ ਇਸ ਤੋਂ ਪਹਿਲੇ ਇੱਕ ਬਾਬਾ ਜੀ ਖੜੇ ਆ। अस्सलाम वालेकुम बाबा जी। वालेकुम सलाम जी। ਹੋਰ ਕੀ ਹਾਲ ਚਾਲ ਆ? ठीक है खरी। ਬਾਬਾ ਜੀ ਇੱਕ ਸਾਨੂੰ ਪਤਾ ਚੱਲਿਆ ਕਿ ਇਹ ਜਿਹੜਾ ਘਰ ਆ ਹਾਂਜੀ। ਇਹਦੇ ਵਿੱਚ ਕੋਈ ਪੇਸ਼ੈਂਟ ਹੈ ਇਸ ਤਰ੍ਹਾਂ ਦਾ ਕਿ ਜਿਹਦੀ ਬਹੁਤ ਹੀ ਸਿਚੁਏਸ਼ਨ ਹਾਲਾਤ ਇਸ ਤਰ੍ਹਾਂ ਦੇ। हाँ बिल्कुल ਇਹ ਸੱਚ ਆ ਇਹ ਗੱਲ? बिल्कुल सच है। ये बच्ची है एक 15-16 साल की, ਅੱਛਾ। जिसके के फेफड़े बिल्कुल ख़त्म हो चुके हैं ਹੂੰ। ਤੇ ਲਾਹੌਰ ਤੱਕ ਇਹਦਾ ਇਲਾਜ ਕਰਵਾਇਆ, ਕਿਸੇ ਲਾ ਇਲਾਜ ਉਹ ਕਹਿੰਦੇ ਆ। ਬੱਚੀ ਦਾ ਵਾਲਦ ਕੀ ਕਰਦਾ? ਬੱਚੀ ਦਾ ਵਾਲਦ ਜਿਹੜਾ ਵਾ ਬਿਲਕੁਲ ਗਰੀਬ ਆਦਮੀ ਹੈ, ਭੱਠੇ ਤੇ ਇੱਟਾਂ ਵਗੈਰਾ ਬਣਾਉਂਦਾ ਵਾ। ਅਸੀਂ ਇਹ ਪੁੱਛਣਾ ਚਾਹ ਰਹੇ ਹਾਂ ਕਿ ਇਹ ਫੈਮਿਲੀ ਮੁਸਤਹਿਕ ਆ? ਬਿਲਕੁਲ ਮੁਸਤਹਿਕ ਆ, ਇਹਨਾਂ ਦੀ ਇਮਦਾਦ ਜ਼ਰੂਰ ਕੀਤੀ ਜਾਏ। ਇਹ ਤੁਸੀਂ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਮੈਂ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਇਹ ਜਿਹੜੇ ਬੱਚੀ ਆ ਇਸ ਦੇ ਵਾਲਦਾ ਨਹਾਇਤ ਗਰੀਬ ਹੈ, ਇਹਨਾਂ ਦੀ ਬਿਲਕੁਲ ਮਦਦ ਕੀਤੀ ਜਾਏ। ਹਾਂ, ਅੱਲਾਹ ਤਾਲਾ ਔਰ ਉਸ ਦਾ ਰਸੂਲ ਰਾਜ਼ੀ ਹੋਏਗਾ। ਤੁਸੀਂ ਇਸ ਘਰ ਸਾਨੂੰ ਲੈ ਕੇ ਜਾ ਸਕਦੇ ਹੋ? ਬਿਲਕੁਲ ਲਿਜਾ ਸਕਦਾ ਮੈਂ, ਕਿਉਂਕਿ ਫੈਮਲੀਆਂ ਬੱਚੀਆਂ ਬਿਲਕੁਲ ਹੁੰਦੀਆਂ ਨਾ, ਅਸੀਂ ਇਸ ਲਿਜਾ ਤਰ੍ਹਾਂ ਮਨਾਸਬ ਸਕਦਾ। ਨਹੀਂ ਸਮਝਦੇ। ਹਾਂਜੀ ਬਹੁਤ ਲੈ ਕੇ ਚਲੋ ਜਾਊਂਗਾ ਬਾਬਾ ਜੀ ਕਦਮ ਵਧਾਓ ਜੀ ਅੱਗੇ ਤੇ ਅੱਲਾ ਦੇ ਇਸ ਕੰਮ ਨੂੰ ਆਪਣਾ ਜਿਹੜਾ ਆ ਉਹ ਪਹਿਲ ਕਰੀਏ। ਬਾਜੀ ਨਕਾਬ ਕਰ ਲੈਣਾ, ਅਸੀਂ ਅੰਦਰ ਆਉਣਾ। ਕੈਮਰਾ ਵੀ ਚੱਲਦਾ ਪਿਆ, ਲੈ ਆਈਏ ਅੰਦਰ ਮੋਬਾਈਲ। ਆ ਜਾਓ ਜੀ, ਆ ਜਾਓ ਬੇਟਾ ਅੰਦਰ ਆਓ। ਆ ਜਾਓ ਬੁਲਾਓ ਮੁਜ਼ੰਮਲ। ਕੁੰਡੀ ਲਗਾ ਦਿਓ, ਲਗਾ ਦਿਓ, ਲਗਾ ਦਿਓ, ਲਗਾ ਦਿਓ। ਬਸ ਬਸ ਬਸ। ਬਾਬਾ ਜੀ ਤੁਸੀਂ ਇੱਥੇ ਕਿੱਥੇ ਬੈਠੇ ਆ? ਉਠੋ 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 ਉਠੋ, ਤੁਹਾਡੀ ਇਹ ਨਹੀਂ ਜਗ੍ਹਾ ਹੈਗੀ। ਤੁਸੀਂ ਉਹ ਕੁਰਸੀ ਤੇ ਬੈਠਣਾ ਜਾ ਕੇ ਨਾ। ਤੁਹਾਡੀ ਇੰਨੀ ਮਿਹਰਬਾਨੀ ਹੈ, ਤੁਸੀਂ ਸਾਡੀ ਰਹਿਨਮਾਈ ਕੀਤੀ ਹੈ। ਇੱਥੇ ਬੈਠੋ। ਆਪੀ ਜੀ ਇਹ ਮਾਈਕ ਪਕੜਨਾ, ਆਪੀ ਬੇਟੀ ਦੇ ਕੋਲ ਕਰਨਾ ਮਾਈਕ। अस्सलाम वालेकुम बेटा। वालेकुम कैसा है मेरा बेटा? ठीक ठाक है? की मसला बनया मेरे पुत ਨੂੰ? टीवी टीवी ਹੋਇਆ? ਕਿੰਨੀ ਦੇਰ ਹੋਈ ਮੇਰੇ ਪੁੱਤ ਨੂੰ ਇਸ ਮਸਲੇ ਦੇ ਵਿੱਚ? साल। 1 ਸਾਲ ਹੋ ਗਿਆ हाँ जी, ਜਾਂ ਜ਼ਿਆਦਾ ਸਾਲ ਹੋ ਗਏ? 1 साल। ਅੱਛਾ। ਪੜਦਾ ਮੇਰਾ ਪੁੱਤ? हाँ जी, ਕਿਹੜੀ ਕਲਾਸ ਪੜਦਾ? 8वीं 8ਵੀਂ ਕਲਾਸ 'ਚ। ਹੁਣ ਸਕੂਲ ਜਾਣੀ ਆ? नहीं, ਕਿੰਨੀ ਦੇਰ ਤੋਂ ਨਹੀਂ ਸਕੂਲ ਜਾ ਰਹੀ? साल हो गए। ਸਾਲ ਹੋ ਗਿਆ ਸਕੂਲ ਨਹੀਂ ਜਾ ਰਹੀ। ਤੇ ਪਾਪਾ ਤੇਰੇ ਕੀ ਕਰਦੇ ਮੇਰਾ ਪੁੱਤ ਕੰਮ? पट्ठे थे, ਭੱਠੇ ਤੇ ਕੰਮ ਕਰਦੇ ਆ। ਤੇ ਇਹ ਆਕਸੀਜਨ ਦੇ ਸਿਲੰਡਰ ਕਿਉਂ ਲੱਗੇ ਮੇਰੇ ਪੁੱਤ ਨੂੰ? फेफड़े खत्म हुए। ਫੇਫੜੇ ਖਤਮ ਹੋ ਗਏ? ਅੱਛਾ, ਫੇਫੜੇ ਕਿਉਂ ਖਤਮ ਹੋ ਗਏ ਯਾਰ? ਪਤਾ ਤੁਸੀਂ ਦੇਰ ਨਾਲ ਗਏ ਸੀ ਹਸਪੀਟਲ? हाँ जी, ਦੇਰ ਨਾਲ ਗਏ ਸੀ? ਪਹਿਲੇ ਕਿਉਂ ਨਹੀਂ ਗਿਆ ਮੇਰਾ ਪੁੱਤ? पहले मेडिसिन खाते थे। ਅੱਛਾ, ਮੈਡੀਸਿਨ ਕਿੱਥੋਂ ਲੈਂਦੇ ਸੀ ਮੇਰਾ ਪੁੱਤ? गोज में। ਗੋਜਰੋਂ ਲੈਂਦੇ ਸੀ? ਆਪੀ ਤੁਸੀਂ ਗੱਲ ਕਰਨਾ। ਅਸਲਾਮ ਵਾਲੇਕੁਮ ਬਾਜੀ। ਵਾਲੇਕੁਮ ਸਲਾਮ ਭਾਈ। ਬਾਜੀ ਕੀ ਮਸਲਾ ਬਣਿਆ? ਬੇਟੀ ਨੂੰ, ਕਿੰਨੀ ਖੂਬਸੂਰਤ ਪਿਆਰੀ ਬੇਟੀ ਆ ਤੇ ਇਹ ਭਾਈ ਇਹਨੂੰ ਪਹਿਲੇ ਟੀਵੀ ਦਾ ਮਸਲਾ ਸੀਗਾ। ਅਸੀਂ ਫਿਰ ਇਹਦੇ ਟੈਸਟ ਗੋਜਰੀਆਂ ਕਰਵਾਏ ਸੀ। ਉਹਨਾਂ ਨੇ ਦੱਸਿਆ ਸੀ ਟੀਵੀ। ਉਹਨਾਂ ਨੇ 6 ਮਾਹ ਦੀ ਇਹਨੂੰ ਮੈਡੀਸਨ ਦਿੱਤੀ, ਲੇਕਿਨ ਉਹਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ। ਉਲਟੀ ਨਹੀਂ ਸੀਗੀ ਰੁਕਦੀ। ਅਸੀਂ ਫਿਰ ਉੱਥੇ ਚਿਲਡਰਨ ਫੈਸਲਾਬਾਦ ਲੈ ਗਏ ਸੀ। ਉਹਨਾਂ 4 ਮਾਹ ਰੱਖ ਕੇ ਉਹਨਾਂ ਨੇ ਜਵਾਬ ਦੇ ਦਿੱਤਾ। ਉਹ ਕਹਿੰਦੇ ਲਾਹੌਰ ਚਿਲਡਰਨ ਲੈ ਜਾਓ। ਉੱਥੇ ਲੈ ਕੇ ਗਏ, ਉਹਨਾਂ 20 ਦਿਨ ਰੱਖੇ, ਉਹਨਾਂ ਨੇ ਜਵਾਬ ਦਿੱਤਾ। ਗੁਲਾਬ ਦੇ ਵੀ ਲੈ ਜਾਓ, ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਉਹ ਕਹਿੰਦੇ ਲੈਟ ਹਸਪਤਾਲ ਲੈ ਕੇ ਗਏ ਆ, ਉਹਨਾਂ ਨੇ ਜਵਾਬ ਦਿੱਤਾ। ਸਿਵਲ ਲੈ ਕੇ ਗਏ, ਉਹਨਾਂ ਨੇ ਜਵਾਬ ਦੇ ਦਿੱਤਾ। ਪਿਪੜੇ ਬਿਲਕੁਲ ਇਹਦੇ ਖਤਮ ਹੋ ਗਏ ਸੀਗੇ ਤਾਂ ਆਕਸੀਜਨ ਤੇ ਸਕਿੰਡ ਬਗੈਰ ਨਹੀਂ ਰਹਿ ਸਕਦੀ ਹੈਗੀ। ਠਹਿਰ ਯਾਰ, ਮੈਂ ਹੁਣ ਇੱਥੇ ਬੈਠਾ ਆ ਹਜੇ ਬਗੈਰ ਲਫ਼ਜ਼ ਬੋਲਿਓ। ਕੋਈ ਲਫ਼ਜ਼ ਕਿਉਂ ਬਗੈਰ? ਬੱਚੀ ਨਾ ਮੇਰੇ ਸਾਹਮਣੇ ਫਿਜ਼ੀਕਲੀ ਮੈਂ ਦੇਖਣ ਡਿਆ ਬੈਠਾ ਆ। ਇਹ ਹੱਡੀਆਂ ਜਿਹੜੀਆਂ ਨਾ ਨਿੱਕੀਆਂ ਨਿੱਕੀਆਂ ਹੱਡੀਆਂ, ਇਹ ਲੈ ਕੇ ਆਣਾ, ਅੱਗੇ ਲੈ ਕੇ ਆਓ। ਇਹ ਤੁਸੀਂ ਹੱਡੀਆਂ ਦੇਖੋ, ਹਜੇ ਮੈਂ ਕੋਈ ਗੱਲ ਨਹੀਂ ਕੀਤੀ। ਇਹ ਹੱਡੀ ਦੇਖੋ ਕਿੱਡੀ ਮੋਟੀ ਹੈ। ਇਹ ਲੱਤ ਆ ਇੰਨੀ ਮੋਟੀ, ਸਿਰਫ ਇੰਨੀ ਮੋਟੀ ਲੱਤ ਆ, ਠੀਕ ਆ। ਤੇ ਚਿਹਰਾ ਦੇਖੋ ਮਾਸ਼ਾਅੱਲਾ ਕਿੰਨਾ ਪਿਆਰਾ। ਰਹਿਮਤ ਰੱਬ ਸੋਹਣੇ ਦੀ ਨਾ, ਬੇਟੀਆਂ ਕਿੰਨੀਆਂ ਪਿਆਰੀਆਂ ਹੁੰਦੀਆਂ। ਤੇ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ
ਇਹ ਕਿੰਨਾ ਕਿ ਇਹ ਫੈਮਿਲੀ ਜਿਹੜੀ ਸਟਰੋਂਗ ਹੋਏਗੀ, ਕਿੰਨੇ ਕੁ ਜ਼ਿਆਦਾ ਇਹ ਅਮੀਰ ਹੋਣਗੇ। ਤੁਸੀਂ ਇਹ ਬਾਜੀ ਤੋਂ ਅੰਦਾਜ਼ਾ ਲਗਾਓ, ਬਾਜੀ ਦਾ ਚਿਹਰਾ ਦੇਖੋ, ਬਾਜੀ ਦਾ ਚਿਹਰਾ ਦੇਖੋ, ਰੰਗਤ ਦੇਖੋ ਕਿੰਨੀ ਪੀਲੀ ਪਈ ਆ। ਤੇ ਬਾਕੀ ਹਜੇ ਇੱਥੇ ਆਏ ਆ, ਹਜੇ ਗੱਲ ਨਹੀਂ ਮੈਂ ਕੀਤੀ ਕੋਈ ਵੀ, ਮੈਨੂੰ ਨਹੀਂ ਪਤਾ ਅਗਲੀ ਗੱਲ ਕੀ ਆ। ਤੇ ਇਹ ਆਕਸੀਜਨ ਦਾ ਸਿਲੰਡਰ ਗਵਾਹੀ ਦੇ ਰਿਹਾ। ਇਹ ਬੱਚੀ ਜਿਸ ਹਾਲਾਤ 'ਚ ਪਈ ਆ, ਬਾਜੀ ਬੈਠਣ ਲੱਗੀ ਤੇ ਉਹ ਲੱਤ ਜਿਹੜੀ ਨਾ ਪਾਈਪ ਨੂੰ ਲੱਗੀ ਤੇ ਉਹ ਬੱਚੀ ਨੇ ਇੱਕ ਵਾਰੀ ਹਚਕੋਲਾ ਲਿਆ, ਜਿੱਦਾਂ ਬੰਦਾ ਸਾਹ ਉਖੜਦਾ ਨਹੀਂ ਹੁੰਦਾ ਤਾਂ ਬੰਦਾ ਇਸ ਤਰ੍ਹਾਂ ਕਰਕੇ ਡਰਦਾ, ਇਦਾਂ ਬੱਚੀ ਨੇ ਹਿਚਕੀ ਲਈ। ਤੇ ਬਾਕੀ ਹੁਣ ਆਪ ਜੀ ਆ ਪਕੜਨਾ ਮਾਈਕ। ਅਸਲਾਮ ਵਾਲੇਕਮ ਬਾਜੀ। ਵਾਲੇਕੁਮ ਸਲਾਮ ਭਾਈ। ਬਾਜੀ ਕੀ ਮਸਲਾ ਬਣਿਆ ਪਿਆਰੀ ਜੀ ਬੇਟੀ ਨੂੰ ਇਸ ਤਰ੍ਹਾਂ ਦੇ ਹਾਲਾਤ 'ਚ ਕਿਉਂ ਬੇਟੀ ਪਈ ਆ? ਭਾਈ ਮੇਰੀ ਬੇਟੀ ਦੇ ਫਿਫੜਿਆਂ ਤੇ ਟੀਵੀ ਪੈ ਗਈ ਆ। ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਅਸੀਂ ਹਸਪਤਾਲ ਨਹੀਂ ਲੈ ਕੇ ਜਾ ਸਕਦੇ ਭਾਈ, ਸਾਡੇ ਬਹੁਤ ਪੈਸੇ ਲੱਗ ਗਏ। ਮੇਰੀ ਬੇਟੀ ਆਕਸੀਜਨ ਤੇ ਹੈ, ਇਹਨੂੰ ਇੱਕ ਸਕਿੰਟ ਵੀ ਬਗੈਰ ਉਹ ਤੋਂ ਸਾਂਸ ਨਹੀਂ ਆਉਂਦਾ ਹੈਗਾ। ਕਿ ਫਿਫੜਿਆਂ, ਮੈਨੂੰ ਸਮਝ ਨਹੀਂ ਗੱਲ ਦੀ, ਫਿਫੜਿਆਂ ਤੇ ਟੀਵੀ ਪੈ ਗਈ ਕੀ ਮਤਲਬ? ਪਹਿਲੇ ਟੀਵੀ ਦਾ ਮਰਜ਼ ਸੀਗਾ, ਹਾਂਜੀ ਭਾਈ ਪਹਿਲੇ ਫਿਰ ਟੀਵੀ ਤੁਸੀਂ ਸੀ। ਟੀਵੀ ਦਾ ਇਲਾਜ ਕਰਾਇਆ? ਹਾਂਜੀ ਟੀਵੀ ਦੀ ਦਵਾਈ ਖਾਂਦੇ ਸੀ, ਉਹਦੇ ਨਾਲ ਬਹੁਤ ਮਸਲਾ ਬਣ ਗਿਆ। ਅੱਛਾ ਫਿਫੜੇ ਤੇ ਟੀਵੀ ਪੈ ਗਈ, ਫਿਫੜੇ ਬਿਲਕੁਲ ਖਤਮ ਹੋ ਗਿਆ ਭਾਈ। ਨਾ ਮੇਰੀ ਬੇਟੀ ਭਾਈ ਤੁਰਦੀ ਆ, ਨਾ ਇਹ ਬਹਿ ਸਕਦੀ ਆ, ਨਾ ਇਹ ਪਾਸਾ ਲੈਂਦੀ ਆ। ਮੈਂ ਉੱਪਰ ਇਹਨੂੰ ਵਾਸ਼ਰੂਮ ਕਰਾਨੀ ਆ। ਆਕਸੀਜਨ ਵਾਸਤੇ ਸਾਡੇ ਕੋਲ ਭਾਈ ਪੈਸੇ ਨਹੀਂ ਹੈਗੇ, ਕਦੀ ਕਿਸੇ ਕੋਲ ਲਈਦੇ ਆ, ਕਦੀ ਕਿਸੇ ਕੋਲ ਲਈਦੇ ਸੀ। ਮੈਂ ਆਪਣੇ ਸਾਰੇ ਬਰਤਨ ਵੇਚ ਕੇ ਮੈਂ ਆਪਣੀ ਬੇਟੀ ਦਾ ਇਲਾਜ ਕਰਵਾਉਂਦੀ ਆ। ਆਪੀ ਬਰਤਨ ਤੇ ਤੁਹਾਡੇ ਪਿੱਛੇ ਆ ਕਿੰਨੇ ਹੀ ਪਏ ਆ, ਤੁਸੀਂ ਕਹਿੰਦੇ ਮੇਰੇ ਬਰਤਨ ਵਿਕ ਗਏ ਆ। ਭਾਈ ਅਸੀਂ ਨਾ ਗੋਜਰੇ ਰਹਿੰਦੇ ਘੋਗਾ 178। ਸਾਡੇ ਕੋਲ ਉੱਥੇ ਨਾ ਪੈਸੇ ਆ ਨਾ ਕੋਈ ਚੀਜ਼ ਆ। ਮੈਂ ਇੱਥੇ ਆਪਣੀ ਭੈਣ ਘਰ ਆਈ ਹੋਈ ਇਹ ਆ, ਤੁਹਾਡਾ ਆਪਣੇ ਘਰ ਨਹੀਂ ਬੱਚਿਆਂ- ਹੈ ਇਹ? ਨਹੀਂ ਭਾਈ ਮੇਰਾ ਘਰ ਇਹ ਨਹੀਂ, ਕਿਹਦਾ ਮੇਰੀ ਘਰ ਆ? ਭੈਣ ਦਾ ਘਰ ਆ ਭਾਈ। ਅੱਛਾ ਮੈਂ ਆਪਣੀ ਭੈਣ ਦੇ ਘਰ ਆਈ ਹੋਈ ਆ ਭਾਈ। ਅੱਛਾ ਇਹਦੇ ਬਾਜੀ ਕੋਲ- ਕਿੱਥੇ ਆ ਤੁਹਾਡੀ? ਬਾਜੀ ਮੇਰੀ ਵੀ ਇੱਥੇ ਕੋਲ ਹੀ ਆ ਭਾਈ। ਬਾਜੀ ਨੂੰ ਬੁਲਾਓ ਕਮਰੇ 'ਚੋਂ, ਉਹਨਾਂ ਨੂੰ ਕਹਿ ਨਕਾਬ ਕਰਕੇ ਆਉਣ। ਅੱਛਾ ਆਵਾਜ਼ ਦਿਓ ਤਾਂ ਬਾਜੀ ਨੂੰ। ਆ ਜਾਂਦੀ ਆ ਭਾਈ। ਅੱਛਾ ਤੇ ਬਾਜੀ ਆਪਣਾ ਆਜੋ, ਆਪੀ ਜੀ ਅੱਗੇ ਆਜੋ। ਆਪੀ ਜੀ ਮਾਈਕ ਪਕੜਨਾ। ਵਾਲੇਕੁਮ ਸਲਾਮ। ਆਪੀ ਜੀ ਤੁਹਾਡਾ ਘਰ ਆ ਜਾਂ ਬਾਜੀ ਦਾ ਘਰ ਆ? ਨਹੀਂ ਭਾਈ ਸਾਡਾ ਘਰ ਆ। ਅੱਛਾ ਇਹ ਬਾਜੀ ਕੀ ਲੱਗਦੀ ਤੁਹਾਡੀ? ਇਹ ਭੈਣ ਆ ਮੇਰੀ ਛੋਟੀ। ਅੱਛਾ ਇਹ ਬੇਟੀ ਨੂੰ ਕਿਦੋਂ ਦਾ ਮਸਲਾ ਆ? ਇਹ ਭਾਈ ਸਾਲ ਹੋ ਗਿਆ ਬੱਚੀ ਨੂੰ। ਸਾਲ ਹੋ ਗਿਆ? ਹਾਂਜੀ ਅੱਛਾ ਇਹ ਤੁਹਾਡੇ ਕੋਲ ਹੁਣ ਕਿੰਨੀ ਦੇਰ ਦੇ ਰਹਿ ਰਹੇ ਆ? ਭਾਈ ਸਾਡੇ ਕੋ 15 ਦਿਨ ਹੋ ਗਏ ਇਹਨਾਂ ਨੂੰ ਆਇਆਂ ਨੂੰ। ਤੁਸੀਂ ਕੀ ਕੰਮ ਕਰਦੇ ਆ? ਅਸੀਂ ਭਾਈ ਅਸੀਂ ਵੀ ਮਿਹਨਤ ਕਰਦੇ ਆ। ਅਸੀਂ ਵੀ ਇੱਥੇ ਮੀਆਂ ਤੁਹਾਡੇ ਕੀ ਕੰਮ ਕਰਦੇ ਆ? ਉਹ ਰਕਸ਼ਾ ਚਲਾਉਂਦੇ ਕਿਸੇ ਦਾ। ਅੱਛਾ ਮੀਆਂ ਤੁਹਾਡੇ ਰਕਸ਼ਾ ਚਲਾਉਂਦੇ ਆ, ਇਹ ਤੁਹਾਡੇ ਕੋਲ ਹਰ ਸ਼ੈ ਵੇਚ-ਬੂਚ ਕੇ ਇੱਥੇ ਆ ਗਏ ਹਨਾ? ਹਾਂਜੀ ਤੇ ਰਕਸ਼ਾ ਚਲਾਉਣ ਵਾਲਾ ਕਿਦਾਂ ਦੋ ਫੈਮਲੀਆਂ ਜਾਂ ਇਸ ਤਰ੍ਹਾਂ ਬੱਚੀ? ਆਹ ਸਿਲੰਡਰ ਤੁਸੀਂ ਕਿੱਥੋਂ ਅਫੋਰਡ ਕਰਨ ਡਏ ਆ? ਇਹ ਤਾਂ ਨਹੀਂ ਮੈਂ ਹੁਣ ਉਹਨਾਂ ਦੀਆਂ ਗੱਲਾਂ ਸੁਣੀਆਂ, ਉਹ ਬਰਤਨ ਵੇਚ ਕੇ ਘਰ ਵੇਚ ਕੇ ਜਾਂ ਜੋ ਵੀ ਕਰਕੇ ਭਾਈ ਇੱਥੇ। ਬਸ ਅਸੀਂ ਵੀ ਕਦੀ ਕਿਸੇ ਕੋ ਫੜ ਕੇ ਭੈਣ ਭਰਾ ਕੋ, ਕਦੀ ਕਿਸੇ ਕੋ, ਕਦੀ ਕੋਈ ਦੇ ਦਿੰਦਾ, ਉਹ ਫਿਰ ਸਿਲੰਡਰ ਬੱਚੀ ਨੂੰ ਭਰਾ ਕੇ ਅਸੀਂ ਦੇਈਦਾ। ਅੱਛਾ ਇਹ ਸਿਲੰਡਰ ਦਾ ਮਸਲਾ ਕਿਦਾਂ ਦਾ ਬਣਿਆ ਬਾਜੀ ਇਹ ਬੱਚੀ ਨੂੰ? ਭਾਈ ਇਹਨੂੰ 4 ਮਹੀਨੇ ਹੋ ਗਏ। 4 ਮਹੀਨੇ ਤੋਂ ਸਿਲੰਡਰ ਲੱਗ ਰਹੇ ਆ। ਹਾਂਜੀ ਇਹ ਕਿੰਨੇ ਦੇ ਸਿਲੰਡਰ ਆ ਬਾਜੀ? ਆ ਜਿਹੜਾ ਸਿਲੰਡਰ ਵੱਡਾ ਇਹ ਕਿੰਨੇ ਦਾ ਲੱਗਦਾ? ਭਾਈ ਇਹ 2000 ਦਾ ਇੱਕ ਦਿਨ ਤੇ ਇੱਕ ਰਾਤ ਲੰਘਦੀ ਬਸ। ਅੱਛਾ 24 ਘੰਟੇ ਲੰਘ ਜਾਂਦੇ ਇੱਕ ਹਾਂਜੀ, ਸਿਲੰਡਰ ਨਾਲ? ਹਾਂਜੀ ਠੀਕ ਆ। ਕਿੰਨੇ ਦਾ ਦੱਸਿਆ ਤੁਸੀਂ? ਭਾਈ 2000 ਦਾ। 2000 ਦਾ? ਹਾਂਜੀ ਚਲੋ ਇੱਕ ਤੁਹਾਡੇ ਕੋਲੋਂ ਮੈਂ ਚੀਜ਼ ਸਿੱਖ ਵੀ ਲਈ ਆ। ਸੁਹੇਲ ਸਾਹਿਬ ਆਪਣਾ, ਮੇਰੀ ਤੁਸੀਂ ਆਵਾਜ਼ ਅੱਲਾ ਕਰੇ ਸੁਣ ਰਹੇ ਹੋ, ਇਹ ਮਰੀਦ ਵਾਲੇ ਤੋਂ ਮੇਰਾ ਵੀਰਾ ਜਿਹੜਾ ਆ, ਇਹ ਸਿਲੰਡਰ ਸੇਮ ਸਾਈਜ਼ ਦਾ ਆ। ਤੁਸੀਂ ਸਾਨੂੰ 3000 ਦਾ ਦੱਸ ਰਹੇ ਆ, ਪਹਿਲੇ 2500 ਦਾ ਦੇ ਰਹੇ ਸੀ, ਹੁਣ 500 ਮਹਿੰਗਾ ਕਰਤਾ। ਇਹ ਹੁਣ ਸਿਲੰਡਰ ਇੱਥੋਂ ਇਹ 2000 ਦਾ ਲੈ ਰਹੇ। ਤੇ ਬਾਕੀ ਆਪੀ ਜੀ ਇਹ ਸਭ ਬੇਟੀ ਦਾ ਹੁਣ ਕੀ ਐਸਾ ਕਰਨਾ ਹੈ ਜਿਹਦੇ ਨਾਲ ਇਹ ਸਰਵਾਈਵ ਕਰ ਸਕੇ? ਭਾਈ ਤੁਹਾਡੀ ਮਿਹਰਬਾਨੀ, ਸਾਨੂੰ ਨਾ ਆਕਸੀਜਨ ਵਾਲੀ ਜਿਹੜੀ ਮਸ਼ੀਨ ਆ ਸਾਨੂੰ ਉਹ ਚਾਹੀਦੀ ਆ। ਆਕਸੀਜਨ ਦੀ ਮਸ਼ੀਨ ਲੈਣੀ ਹੈ? ਹਾਂਜੀ ਸਾਨੂੰ ਮਸ਼ੀਨ ਚਾਹੀਦੀ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਆ। ਬੱਚੀ ਚੱਲ ਘਰ ਤੇ ਹੋਊਗੀ, ਬਿਜਲੀ ਤੇ ਅਸੀਂ ਲਾ ਕੇ ਗੁਜ਼ਾਰਾ ਕਰ ਲਾਂਗੇ, ਅਸੀਂ ਬਿੱਲ ਤਾਂ ਔਖੇ ਸੌਖੇ ਤਾਰ ਦਾਂਗੇ, ਸਾਡੇ ਕੋਲ ਸਿਲੰਡਰ ਨਹੀਂ ਭਰਾ ਹੁੰਦਾ। ਅੱਛਾ ਕਿੰਨੇ ਦੀ ਆਉਣੀ ਹੈ ਆਕਸੀਜਨ ਵਾਲੀ ਮਸ਼ੀਨ? ਭਾਈ ਅਸੀਂ ਫੈਸਲਾਬਾਦੋਂ ਪਤਾ ਕੀਤਾ ਸੀ, ਉਹ ਕਹਿੰਦੇ ਲੱਖ ਦੀ ਆ, ਤੁਹਾਨੂੰ 80,000 ਤੱਕ ਦੇ ਦਾਂਗੇ। ਅੱਛਾ ਹਾਂਜੀ ਉਹ ਜਿੰਨੇ ਦੀ ਆਵੇ ਤੁਸੀਂ ਲੈ ਕੇ ਦੇਣੀ ਆ ਭਾਈ, ਅਸੀਂ ਕਿਹੜਾ ਅੱਲਾ ਮਾਫੀ ਦੇਵੇ ਪੈਸੇ ਵਿੱਚੋਂ ਲੈਣੇ ਆ। ਠੀਕ ਆ ਬਾਜੀ। ਹਾਂਜੀ ਯਾਨੀ ਲੱਖ ਦੀ ਤੁਸੀਂ ਮਸ਼ੀਨ ਕਿਹਾ? ਹਾਂਜੀ ਅੱਛਾ ਤੇ ਬਾਜੀ ਮਾਈਕ ਦੇਣਾ ਬਾਜੀ ਨੂੰ। ਭਾਈ ਡਾਕਟਰ ਤਾਂ ਬਥੇਰਾ ਖਾਣ ਨੂੰ ਬਥੇਰਾ ਕੁਝ ਕਹਿੰਦੇ ਆ, ਪਰ ਅਸੀਂ ਨਹੀਂ ਖਾਣ ਦੇ ਸਕਦੇ ਕੋਈ। ਅਗਰ ਅਸੀਂ ਇਹਨੂੰ ਲੈ ਕੇ ਕਿਤੇ ਵੀ ਜਾਈਏ ਤਾਂ ਡਾਕਟਰਾਂ ਨੇ ਪਹਿਲੇ ਦੱਸਤਾ ਵੀ ਨਹੀਂ ਕੰਮ ਪਹਿਲੇ ਕਰਦਾ? ਦੱਸ ਦਿੱਤਾ ਭਾਈ, ਅਸੀਂ ਸਾਰੇ ਹਸਪਤਾਲ ਗਏ ਸੀ ਲੇਕਿਨ ਜਵਾਬ ਉਹਨਾਂ ਨੇ ਦੇਤਾ ਕਿ ਉਹ ਕਹਿੰਦੇ ਘਰ ਹੀ ਲੈ ਜਾਓ, ਜਿਹੜੀ 4 ਦਿਨ ਜ਼ਿੰਦਗੀ ਹੈ ਇਹਦੀ ਘਰ ਜਾ ਕੇ ਤੁਸੀਂ ਇਹਦੀ ਖਿਦਮਤ ਕਰ ਲਓ। ਬਾਈ ਨਾ ਤੁਰਦੀ ਆ ਨਾ ਪਾਸਾ ਲੈ ਸਕਦੀ ਆ, 1 ਮਿੰਟ ਵੀ ਇਨਸਾਨ ਸੇ ਨਹੀਂ ਹੁੰਦਾ ਆਕਸੀਜਨ ਤੋਂ ਬਗੈਰ। ਫਿਫੜੇ ਦੇ ਬਿਲਕੁਲ ਹੀ ਖਤਮ ਹੋ ਗਏ।
ਅਸੀਂ ਬਾਈ ਹੁਣ ਇਲਾਜ ਇਹਦਾ ਨਹੀਂ ਕਰਵਾ ਸਕਦੇ ਹੈਗੇ, ਸਾਡੇ ਕੋਲ ਨਾ ਕੁਛ ਹੈਗਾ ਵਾ ਨਾ ਬਾਜੀ ਅਸੀਂ ਤੁਹਾਡੇ ਇਲਾਜ ਮੀਆਂ ਕੀ ਕਰਾ- ਕੰਮ ਕਰਦੇ? ਜਿਹੜੀ ਮੇਨ ਮੈਂ ਗੱਲ ਪੁੱਛਣੀ ਸੀ ਮੈਂ ਪੁੱਛੀ ਨਹੀਂ। ਬਾਈ ਇਹਦੇ ਪਾਪਾ ਪੱਠੇ ਤੇ ਹੁੰਦੇ ਆ। ਭੱਠੇ ਤੇ ਕਿਆ ਕੰਮ ਹਾਂਜੀ, ਕਰਦੇ ਆ? ਹਾਂਜੀ ਬਾਈ। ਤੇ ਭੱਠੇ ਤੇ ਉਹ ਆਪਣਾ ਹੁਣ ਉਹ ਨਹੀਂ ਇੰਨੇ ਅਫੋਰਡ ਕਰ ਸਕਦੇ ਕਿ ਨਹੀਂ ਤੁਸੀਂ ਬਾਈ, ਸਰਵਾਈਵ ਕਰ ਸਕੋ? ਨਹੀਂ ਬਾਈ ਕਰ ਸਕਦੇ। 5 ਲੱਖ ਰੁਪਇਆ ਬਾਈ ਕਰਜ਼ਾ ਚੜਿਆ ਹੋਇਆ ਸਾਡੇ ਤੇ। ਅੱਛਾ, ਹਾਂਜੀ, ਲੱਖ ਰੁਪਇਆ ਮੇਰੀ ਬੇਟੀ ਦਾ ਚੜ ਗਿਆ, 6 ਲੱਖ ਰੁਪਇਆ ਅਸੀਂ ਕਰਜ਼ੇ ਥੱਲੇ ਆਏ ਆ ਬਾਈ। ਯਾਨੀ 6 ਲੱਖ ਕਰਜ਼ਾ ਆਲਰੇਡੀ ਤੁਸੀਂ ਲੈ ਚੁੱਕੇ ਆ। ਹਾਂਜੀ ਬਾਈ ਲੈ ਬੇਟੀ ਚੁੱਕੇ, ਦਾ ਇਲਾਜ ਸਿਰਫ ਕਰਾਉਂਦੇ ਮਹੀਨੇ ਦਾ 12000 ਰੁਪਇਆ ਉਹਦਾ ਬਣਦਾ ਵਾ। ਉਹਨਾਂ ਦਾ ਜਿਹੜਾ ਕਰਜ਼ਾ ਦੇਣਾ ਥੋੜਾ ਬਹੁਤਾ ਉਹ ਕੱਟ ਲੈਂਦੇ ਆ ਬਾਈ। 3 ਬੱਚੇ ਮੇਰੇ ਹੋਰ ਵੀ ਸਕੂਲ ਪੜ੍ਹਦੇ ਆ, ਅੱਛਾ, ਉਹ ਸਾਡਾ ਸਕੂਲ ਜਾਂਦੇ ਆ? ਹਾਂਜੀ ਬਾਈ ਜਾਂਦੇ, ਮੇਰੇ 3 ਬੱਚੇ ਹੋਰ, ਇੱਕ ਅੱਛਾ, ਬੇਟੀ ਉਹ ਹੋਰ ਕਿੱਥੇ ਆ 2 ਬੱਚੇ ਬੇਟੇ। ਬਾਜੀ? ਬਾਈ ਇੱਕ ਬੇਟੀ ਉੱਥੇ ਹੀ ਆ, 2 ਬੇਟੇ ਮੇਰੇ ਨਾਲ ਆਏ ਉੱਥੇ ਹੋਏ ਬੇਟੀ ਕਿਹਦੇ ਕੋਲ ਆ? ਆ। ਦਾਦੀ ਕੋ ਰਹਿੰਦੀ ਆ ਬਾਈ। ਅੱਛਾ, ਹਾਂਜੀ, 2 ਬੇਟੇ ਮੇਰੇ ਨਾਲ ਆ, ਇੱਕ ਚੌਥੀ ਬੇਟੀ ਆ ਵਾ ਬਾਈ। ਉਹ ਵੀ ਅੱਛਾ। ਸਕੂਲ ਪੜ੍ਹਦੇ ਆ ਤਿੰਨੇ। ਕਰਜ਼ੇ ਥੱਲੇ ਬਾਈ ਅਸੀਂ ਆਏ ਹੋਏ ਆ, ਨਾ ਸਾਡੇ ਕੋਲ ਕੋਈ ਚੀਜ਼ ਹੈਗੀ ਆ, ਨਾ ਕੋਈ ਪੈਸਾ ਵਾ, ਨਾ ਅਸੀਂ ਹੁਣ ਖਰਚਾ ਕੋਈ ਕਰ ਸਕਦੇ, ਨਾ ਅਸੀਂ ਇਹਦਾ ਬਾਈ ਇਲਾਜ ਕਰਾ ਸਕਦੇ ਹੁਣ ਹਾਂ। ਤੁਹਾਡੀ ਮੇਨ ਡਿਮਾਂਡ ਬਾਜੀ ਕੀ ਆ ਕਿ ਅਸੀਂ ਕੀ ਐਸਾ ਤੁਹਾਡੇ ਲਈ ਕਰੀਏ ਕਿ ਜਿਹੜਾ ਤੁਹਾਡੀ ਜ਼ਿੰਦਗੀ ਤਸਲਸਲ ਦੇ ਨਾਲ ਚੱਲ ਸਕੇ? ਬਾਈ ਮਿਹਰਬਾਨੀ ਆ ਤੁਹਾਡੀ, ਅਸੀਂ ਕੁਛ ਨਹੀਂ ਕਰ ਸਕਦੇ, ਨਾ ਸਾਡੇ ਹੁਣ ਗੁੰਜਾਇਸ਼ ਰਹੀ ਆ। ਤੁਸੀਂ ਮਸ਼ੀਨ ਸਾਨੂੰ ਲੈ ਦਿਓ ਸਾਡੀ ਬੇਟੀ ਵਾਸਤੇ। ਮਸ਼ੀਨ ਕਿਹੜੀ ਲੈਣੀ ਬਾਜੀ? ਬਾਈ ਆਕਸੀਜਨ ਵਾਲੀ ਲੈਣੀ ਆ। ਆਕਸੀਜਨ ਵਾਲੀ ਮਸ਼ੀਨ ਹਾਂਜੀ। ਲੈਣੀ ਆ। ਤੇ ਆਕਸੀਜਨ ਵਾਲੀ ਮਸ਼ੀਨ ਕਿੰਨੇ ਦੀ ਆ ਜਾਣੀ ਆ? ਬਾਈ ਅਸੀਂ ਪਤਾ ਕੀਤਾ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਲੱਖ ਦੀ ਆਉਣੀ ਆ। ਤੇ ਠੀਕ ਆ। ਹਾਂਜੀ, ਤੇ ਬਾਈ ਹੁਣ ਅਸੀਂ ਨਹੀਂ ਲੱਖ ਤੱਕ ਪਹੁੰਚ ਸਕਦੇ। ਲੱਖ ਦੇ ਕਈ ਅੱਗੇ ਅਸੀਂ ਬੜੇ ਲੱਖ ਲਾ ਲਏ ਆ ਬੇਟੀ ਤੇ। ਅੱਛਾ, ਹੁਣ ਬਾਈ ਕੋਈ ਮੰਗਿਆ ਪੈਸੇ ਵੀ ਨਹੀਂ ਸਾਨੂੰ ਦਿੰਦੇ ਇਹ ਹੈਗੇ। ਕਿੱਥੋਂ ਬਾਜੀ ਮਿਲਣੀ ਲੱਖ ਦੀ ਮਸ਼ੀਨ? ਇਹ ਬਾਈ ਅਸੀਂ ਪਤਾ ਕੀਤਾ ਸੀ ਫੈਸਲਾਬਾਦ। ਨਵੀਂ ਮਸ਼ੀਨ ਮਿਲੇਗੀ ਲੱਖ ਹਾਂਜੀ ਦੀ? ਬਾਈ ਨਵੀਂ ਮਸ਼ੀਨ। ਅੱਛਾ, ਹਾਂਜੀ, ਹੁਣ ਤੇ ਬਾਈ ਭੈਣ ਭਰਾ ਵੀ ਕੋਈ ਨਹੀਂ ਸਾਨੂੰ ਬੁਲਾਉਂਦਾ ਹੈਗਾ, ਨਾ ਸਾਨੂੰ ਕੋਈ ਪੈਸੇ ਦਿੰਦਾ ਵਾ। ਕੱਲ ਵੀ 2000 ਰੁਪਇਆ ਕਿਸੇ ਕੋਲ ਧਾਰਾ ਲੈ ਕੇ ਤੇ ਬਾਈ ਸਿਲੰਡਰ ਭਰਾਇਆ। ਬਾਜੀ ਮੁਸ਼ਕਲ ਟਾਈਮ ਤੇ ਕੌਣ ਸਾਥ ਦਿੰਦਾ ਹਾਂਜੀ ਹੁੰਦਾ? ਬਾਈ। ਇਹ ਤੇ ਤੁਹਾਡੇ, ਮੈਂ ਕਹਿੰਦਾ ਤੁਸੀਂ ਨਸੀਬਾਂ ਵਾਲੇ ਆ ਵੀ ਤੁਹਾਡੀ ਭੈਣ ਨੇ ਤੁਹਾਨੂੰ ਘਰ ਰੱਖਿਆ ਹੋਇਆ। ਹਾਂਜੀ ਹਾਂ ਬਾਈ, ਤੁਹਾਡੇ ਤੁਸੀਂ ਸਾਹਮਣੇ ਹੁਣ 2 ਭਾਂਡੇ ਸਿਲੰਡਰ। ਵੇਚ ਕੇ ਇੱਥੇ ਆਏ ਬੈਠੇ ਆ। ਇਹ ਤੇ ਫਿਰ ਵੀ ਤੁਸੀਂ ਖੁਸ਼ਕਿਸਮਤ ਆ, ਨਸੀਬਾਂ ਵਾਲੇ ਆ ਵੀ ਤੁਹਾਨੂੰ ਤੁਹਾਡੀ ਭੈਣ ਸਹਾਰਾ ਦਿੱਤੀ ਖੜੀ ਆ। ਹਾਂਜੀ ਬਾਈ, ਲੇਕਿਨ ਉਹ ਵੀ ਕਿੰਨੀ ਕੁ ਦੇਰ ਤੁਹਾਨੂੰ ਸਪੋਰਟ ਦੇ ਸਕਦੀ ਆ? ਉਹਦੇ ਘਰ ਵਾਲਾ ਕੀ ਕਰਦਾ? ਰਕਸ਼ਾ ਚਲਾਉਂਦਾ ਰਕਸ਼ਾ ਬਾਈ ਚਲਾਉਂਦਾ। ਕਿਸੇ ਹੁਣ ਦਾ। ਰਕਸ਼ਾ ਚਲਾਉਂਦਾ ਬੰਦਾ ਉਹ ਕਿਦਾਂ ਇੰਨੇ ਜਣਿਆਂ ਨੂੰ, ਫੈਮਿਲੀ ਨੂੰ ਸਪੋਰਟ ਕਰੂਗਾ? ਨਾਲ ਇਹ ਆਕਸੀਜਨ ਦਾ ਜਿਹੜਾ ਇੰਨਾ ਖਰਚਾ ਹੈਗਾ ਆ, ਉਹ ਕਿਦਾਂ ਹਾਂਜੀ ਅਫੋਰਡ ਬਾਈ, ਕਰਨਾ ਹੈ? 2 ਸਿਲੰਡਰ ਆ ਬਾਈ ਸਿਰਫ ਆ। ਹੁਣ ਸਵੇਰ ਦਾ ਕੱਲ ਦਾ ਭਰਾਇਆ ਖਤਮ ਹੋ ਜਾਣਾ, ਹੁਣ ਸਾਡੇ ਕੋਲ ਪੈਸੇ ਨਹੀਂ ਹੈਗੇ। ਛੋਟਾ ਉਹ ਖਤਮ ਹੋਇਆ ਪਿਆ ਤੁਹਾਡੇ ਸਾਹਮਣੇ, ਅੱਛਾ, ਤੁਸੀਂ ਦੇਖ ਸਕਦੇ ਹੋ ਬੇਸ਼ੱਕ। ਮਾਸ਼ਾਅੱਲਾ ਬੇਟੀ ਮੇਰੀ 14 ਸਾਲਾਂ ਦੀ ਆ ਬਾਈ। ਉਹਨਾਂ ਨੇ ਕਿਹਾ ਤੁਸੀਂ ਖਾਣ ਪੀਣ ਨੂੰ ਦਵੋ, ਸਾਡੇ ਕੋਲ ਨਹੀਂ ਗੁੰਜਾਇਸ਼, ਅਸੀਂ ਹੁਣ ਨਹੀਂ ਦੇ ਸਕਦੇ ਹੈਗੇ ਬਾਈ। ਮੰਗਦੀ ਆ ਉਹ ਸਾਰਾ ਕੁਝ ਮੰਗਦੀ ਆ, ਵੀ ਦਵੋ ਆ ਵੀ ਦਵੋ, ਕਿੱਥੋਂ ਲਿਆ ਕੇ ਦਈਏ? ਨਾ ਸਾਡੇ ਕੋਲ ਪੈਸੇ ਹੁੰਦੇ ਅਸੀਂ ਉਹ ਲਿਆ ਕੇ ਖਿਲਾਈਏ ਬਾਈ। ਕਿੰਨੀ ਪਿਆਰੀ ਖੂਬਸੂਰਤ ਬੇਟੀ ਆ। ਤੇ ਹਾਏ ਹਾਏ ਨਸੀਬ। ਇਹ ਹੁੰਦਾ ਆ ਕਿ ਪੈਸਾ ਨਾ ਹੋਵੇ ਨਾ ਤੇ ਇਹ ਚੀਜ਼ ਹੁੰਦੀ ਆ, ਬੰਦਾ ਤਰਸਦਾ ਰਹਿੰਦਾ। ਹਰ ਚੀਜ਼ ਮੰਗਦੀ ਆ, ਨਹੀਂ ਲਿਆ ਕੇ ਬਾਈ ਦੇ ਹੁੰਦੇ। ਅੱਛਾ ਯਾਰ, ਮੈਂ ਨਾ ਆਪਣੇ ਵੀਰਿਆਂ ਨੂੰ ਖੁਸ਼ੀ ਤੌਰ ਤੇ ਰਿਕੁਐਸਟ ਕਰਨੀ ਆ, ਹੱਥ ਜੋੜ ਕੇ ਅਪੀਲ ਆ ਕਿ ਇਹ ਬਹੁਤ ਪਿਆਰੀ ਬੇਟੀ ਆ, ਮਾਸ਼ਾਅੱਲਾ ਬਹੁਤ ਖੂਬਸੂਰਤ ਬੇਟੀ ਆ। ਕੀ ਮਸਲਾ ਆ? ਪੈਸੇ ਨਾ ਹੋਣ ਦੁੱਖੋਂ ਇਹ ਲੱਤਾਂ ਜਿਹੜੀਆਂ ਨਾ ਇੰਨੀਆਂ ਮੋਟੀਆਂ, ਠੀਕ ਆ, ਜਿੰਨਾ ਯਾਨੀ ਹੁੰਦੀ ਨਾ, ਮਤਲਬ ਕਿ ਬੋਤਲ ਦਾ ਢੱਕਣ ਤੁਸੀਂ ਬੰਦ ਕਰਦੇ, ਡਬਲ ਢੱਕਣ ਲਾ ਲਓ, ਇੰਨਾ ਕੁ ਮੋਟੀ ਆ ਹੋ ਜਾਣੀ ਨਾ, ਲੱਤਾਂ ਇੰਨੀਆਂ ਮੋਟੀਆਂ, ਠੀਕ ਆ। ਇਹ ਤੁਸੀਂ ਕਲਾਈਆਂ ਦੇਖ ਲਓ, ਠੀਕ ਹੈ। ਇਹ ਤੁਹਾਨੂੰ ਦੱਸ ਰਿਹਾ ਬੇਟੀ ਕਿ ਕਿਸ ਤਰ੍ਹਾਂ ਦੀ ਫਿਜ਼ੀਕ ਦੇ ਵਿੱਚ ਆ, ਤੇ ਉਹਦੀ ਵਾਲਦਾ ਨੂੰ ਦੇਖ ਕੇ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੀ ਕੁ ਅੱਛੀ ਖੁਰਾਕ ਇਹਨਾਂ ਦੀ ਹੋਊਗੀ ਨਾ। ਇਹ ਇੱਕ ਬੇਸਿਕ ਖੁਰਾਕ ਨਹੀਂ ਖਾ ਸਕਦੇ, ਇਹਨਾਂ ਦੇ ਘਰ 'ਚ ਸਬਜ਼ੀ ਨਹੀਂ ਪੱਕਣ ਡਈ, ਇਹਨਾਂ ਨੇ ਆਕਸੀਜਨ ਕਿੱਦਾਂ ਅਫੋਰਡ ਕਰਨੀ? ਕਰ ਸਕਦੇ ਆ? ਇਹ ਆਕਸੀਜਨ ਨਹੀਂ ਅਫੋਰਡ ਕਰ ਸਕਦੇ, ਠੀਕ ਆ। ਪਲੱਸ ਮਸ਼ੀਨ ਕਹਿੰਦੇ ਲੱਖ ਦੀ ਲੈਣੀ ਆ, ਇਹ ਕਿੱਥੋਂ ਲੱਖ ਦੀ ਮਸ਼ੀਨ ਲੈ ਲੈਣਗੇ? ਇਹਨਾਂ ਨੇ ਤਾਂ ਲਫ਼ਜ਼ ਲੱਖ ਸੁਣਿਆ ਆ, ਅਫੋਰਡ ਨਹੀਂ ਕਰ ਸਕਣਾ, ਤੇ ਅੱਗੇ ਕਰਜ਼ੇ ਦੇ ਥੱਲੇ ਬੈਠੇ ਆ। ਤੇ ਬਾਬਾ ਜੀ ਸਾਨੂੰ ਲੈ ਕੇ ਆਏ ਆ ਸਾਹਮਣੇ ਦੇਖੋ ਜੀ, ਬਾਬਾ ਜੀ ਲੈ ਕੇ ਆਏ ਆ। ਤਾਂ ਬਾਬਾ ਜੀ ਤੇ ਬਾਜੀ ਫੜ ਲਓ, ਤੁਸੀਂ ਫੜ ਲਓ ਮੇਰੀ ਭੈਣੇ, ਤੁਹਾਡਾ ਹੱਕ ਆ। ਮੈਂ ਆਪਣੇ ਵੀਰਿਆਂ ਨੂੰ ਰਿਕੁਐਸਟ ਇਹ ਕਰਨੀ ਚਾਹੂੰਗਾ, ਸਾਨੂੰ ਇੱਕ ਤੇ ਬੇਟੀ ਲਈ ਇੱਕ ਮਸ਼ੀਨ ਚਾਹੀਦੀ ਆ। ਬਾਜੀ ਨੇ ਦੱਸਿਆ 1 ਲੱਖ ਦੀ ਆ, ਵੱਲਾ ਆਲਮ ਉਹ ਮਾਰਕੀਟ 'ਚ ਜਾਇਆ, ਉਹ ਮਹਿੰਗੀ ਹੋ ਜਾਏ ਸਸਤੀ ਹੋ ਜਾਏ। ਤੇ ਉਸ ਤੋਂ ਬਾਅਦ ਅਗਲਾ ਪ੍ਰੋਸੀਜਰ ਇਹ ਆ, ਇੱਕ ਐਸਾ ਵੀਰਾ ਚਾਹੀਦਾ, ਅੱਲਾ ਦਾ ਫਰਿਸ਼ਤਾ ਸਿਫਤ ਇਨਸਾਨ ਐਸਾ ਚਾਹੀਦਾ ਜਿਹੜਾ ਇਸ ਫੈਮਿਲੀ ਨੂੰ ਮੰਥਲੀ ਸਪੋਰਟ ਕਰ ਸਕੇ। ਮੈਂ ਕਹਿੰਦਾ ਕਿ ਬੇਟੀ ਦੀ ਖੁਰਾਕ ਵੀ ਅੱਛੀ ਹੋਵੇ, ਨਾਲ ਇਹਦੀ ਆਕਸੀਜਨ ਵਾਲੀ ਮਸ਼ੀਨ ਵੀ ਇਹਦੇ ਕੋਲ ਖੜੀ ਹੋਵੇ, ਠੀਕ ਆ। ਤੇ ਬਾਕੀ ਆਪੀ ਜੀ ਇਨਸ਼ਾ ਤਾਲਾ ਜਲਦੀ ਤੁਹਾਨੂੰ ਅਸੀਂ ਮਿਲਾਂਗੇ, ਠੀਕ ਆ। ਮਿਹਰਬਾਨੀ ਮੇਰਾ ਸੋਹਣਾ ਰੱਬ ਜਲਦੀ ਇਸ ਚੀਜ਼ ਦਾ ਬੰਦੋਬਸਤ ਕਰੂਗਾ।
ਅਸੀਂ ਮਸ਼ੀਨ ਜਿਹੜੀ ਆ ਉਹ ਲਿਆ ਕੇ ਆਪਣੀ ਬੇਟੀ ਨੂੰ ਦੇਵਾਂਗੇ ਛੇਤੀ ਤੋਂ ਛੇਤੀ। ਮਿਹਰਬਾਨੀ ਭਾਈ, ਸਾਡੇ ਕੋਲ ਪੈਸੇ ਨਹੀਂ ਹੈਗੇ ਆਕਸੀਜਨ ਭਰਾਉਣੇ ਲਈ। ਹੁਣ ਇਸ ਟਾਈਮ ਪੈਸੇ ਨਹੀਂ ਹੈਗੇ? ਨਹੀਂ ਭਾਈ, ਸਾਡੇ ਕੋਲ 1 ਰੁਪਿਆ ਨਹੀਂ ਹਾਂਡੀ ਪਕਾਉਣ ਲਈ, ਸਾਡੇ ਕੋਲ ਪੈਸੇ ਨਹੀਂ ਹੈਗੇ। ਕੋਈ ਗੱਲ ਨਹੀਂ ਬਾਜੀ, ਇਹਦੇ 'ਚ ਕਿਹੜੀ ਪਰੇਸ਼ਾਨੀ ਵਾਲੀ ਗੱਲ ਆ? ਆਕਸੀਜਨ ਭਰਾ ਦਿੰਨੇ ਆਪਾਂ ਤੁਹਾਡੀ, ਆਕਸੀਜਨ ਅੱਲਾ ਨੇ ਭਰਨੀ ਆ। ਤੇ ਲੇਕਿਨ ਇਹਦੇ ਵਿੱਚ ਇਹ ਆ ਮੇਰੀ ਭੈਣ ਕਿ ਤੁਸੀਂ ਦੁਆ ਕਰਨੀ ਆ ਉਹਨਾਂ ਬੰਦਿਆਂ ਲਈ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਜਿਹੜੇ ਸਾਨੂੰ ਅੱਲਾ ਦੀ ਰਾਹ 'ਚੋਂ ਆਹ ਹਿੱਸਾ ਦਿੰਦੇ ਆ। ਇਹ ਤੁਹਾਡੇ ਤੱਕ ਆਉਂਦਾ, ਤੁਹਾਡਾ ਹੱਕ ਆ ਇਹ। ਆ ਪੈਸੇ ਗਿਣ ਲਓ ਕਿੰਨੇ ਮੇਰੀ ਭੈਣ? 20,000 ਆ ਭਾਈ। ਇਹ 20,000 ਅਖਤਰ ਅਲੀ ਸਾਹਿਬ ਆ ਸਾਊਦੀ ਅਰੇਬੀਆ ਤੋਂ ਨਾ, ਇਹ ਉਹਨਾਂ ਦੀ ਤਰਫੋਂ ਤੁਹਾਨੂੰ ਆ ਗਿਆ। ਠੀਕ ਆ ਅਖਤਰ ਸਾਹਿਬ, ਤੁਹਾਡੀ ਭੇਜੀ ਅਮਾਨਤ ਜਿਹੜੀ ਆ, ਸਭ ਤੋਂ ਮੁਸਤਹਿਕ ਘਰ ਜਿਹੜਾ ਇਸ ਟਾਈਮ ਆ ਸੀ ਤੁਹਾਡੇ ਦੱਸਿਆਂ ਬਕੌਲ ਕਿ ਮੇਰੀ ਦਿੱਤੇ ਪੈਸੇ ਜਿਹੜੇ ਆ ਇਦਾਂ ਦੀ ਜਗ੍ਹਾ ਤੇ ਖਰਚ ਕਰਨੇ। ਇਹਨਾਂ ਦੇ ਘਰ 'ਚ ਹਾਂਡੀ ਨਹੀਂ ਪੱਕਦੀ, ਆਪਣੇ ਬਰਤਨ ਹਰ ਚੀਜ਼ ਵੇਚ ਕੇ ਇੱਥੇ ਆ ਕੇ ਬੈਠੇ ਆ। ਤੇ ਇਹਨਾਂ ਦੀ ਆਹ ਸਿਚੁਏਸ਼ਨ ਆ। ਤੇ ਬਾਕੀ ਰਿਕੁਐਸਟ ਇਹ ਆ ਮੇਰੀ ਵੀਰਿਆਂ ਦੇ ਅੱਗੇ ਕਿ ਤੁਸੀਂ ਇਸ ਫੈਮਿਲੀ ਨਾਲ ਖੜੇ ਹੋਣਾ ਤਾਂ ਕਿ ਆਪਾਂ ਇਹਨਾਂ ਨੂੰ ਸਪੋਰਟ ਦਈਏ, ਆਪਾਂ ਇਹਨਾਂ ਦੇ ਨਾਲ ਖੜੇ ਹੋਈਏ। ਤੇ ਇੱਕ ਤੇ ਇਹ ਆ, ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਆਕਸੀਜਨ ਦੇ ਇਹਨਾਂ ਨੂੰ ਸਿਲੰਡਰ ਲੈ ਕੇ ਦੇਣਾ। ਉਹਨਾਂ ਨੇ ਡਿਮਾਂਡ ਹੀ ਸਾਦਾ ਜੀ ਕੀਤੀ ਆ ਕਿ ਸਾਨੂੰ ਮਸ਼ੀਨ ਲੈ ਦਿਓ ਆਕਸੀਜਨ ਵਾਲੀ। ਠੀਕ ਆ, ਨਾਲ ਇਸ ਬੱਚੀ ਨੇ ਕੁਝ ਖਾਣਾ ਪੀਣਾ ਵੀ ਆ, ਥੋੜਾ ਜਿਹਾ ਖੁਰਾਕ ਚਾਹੀਦੀ ਬੱਚੀ ਦੀ, ਉਹਦੇ ਲਈ ਤੁਸੀਂ ਥੋੜਾ ਜਿਹਾ ਹਿੱਸਾ ਪਾਉਣਾ ਆਪਣਾ। ਇਸ ਫੈਮਿਲੀ ਨੂੰ ਸਪੋਰਟ ਕਰ ਦੇਣਾ ਮੰਥਲੀ। ਕੁਝ ਵੀ ਨਹੀਂ ਜਾਣਾ, ਅੱਲਾ ਦੇ ਦਿੱਤੇ ਜੋ ਦੇਣਾ। ਕਿਤੇ ਨਾ ਵੀ ਇੱਕ ਦਿਨ ਹੋਟਲ 'ਚ ਜਾ ਕੇ ਰੋਟੀ ਖਾਧੀ ਤਾਂ ਵੀ ਗੁਜ਼ਾਰਾ ਹੋ ਜਾਣਾ, ਲੇਕਿਨ ਇਸ ਫੈਮਿਲੀ ਦਾ ਗੁਜ਼ਾਰਾ ਨਹੀਂ ਹੋਣਾ ਹੈਗਾ। ਇਹ ਤੇ ਜਾਂ ਖੁਦਕੁਸ਼ੀ ਕਰ ਲੈਣ ਤੇ ਜਾਂ ਫਿਰ ਬੈਠੇ ਸਿਸਕੀਆਂ ਲੈ ਲੈ ਕੇ ਮਰ ਜਾਣ, ਦੋ ਹੀ ਆਪਸ਼ਨ ਆ। ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦੇਣੀ ਆ। ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲੈਣਾ। ਤੇ ਬਾਬਾ ਜੀ ਨੂੰ ਮਾਈਕ ਦੇਣਾ। ਬਾਬਾ ਜੀ ਮੈਨੂੰ ਲੱਗਦਾ ਕੁਝ ਕਹਿਣਾ ਚਾਹੁੰਦੇ ਆ ਜੀ। ਬਾਬਾ ਜੀ ਕੀ ਕਹਿਣਾ ਚਾਹੁੰਦੇ, ਦੱਸੋ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਭੈਣ ਦੇ ਘਰ ਇਹ ਰਹਿ ਰਿਹਾ ਨਾ, ਜੀ ਜੀ। ਇਹ ਭੈਣ ਵੀ ਇਤਨੀ ਗਰੀਬ ਆ ਕਿ ਖੁਦ ਕਿਰਾਏ ਦੇ ਘਰ 'ਚ ਰਹਿੰਦੀ ਹੈ। ਅੱਛਾ ਇਸ ਦਾ ਜ਼ਾਤੀ ਘਰ ਨਹੀਂ ਇਹ। ਅੱਛਾ, ਇਹ ਵੀ ਜ਼ਾਤੀ ਘਰ ਨੇ? ਜ਼ਾਤੀ ਘਰ ਨਹੀਂ ਆ, ਅੱਛਾ। ਇਹ ਖੁਦ ਕਿਰਾਏ ਦੇ ਘਰ ਦੇ ਵਿੱਚ ਰਹਿੰਦੀ ਹੈ। ਦੂਸਰਾ ਇਹ ਇੱਥੇ ਗਾਰਡਨ ਟਾਊਨ ਦੇ ਵਿੱਚ ਕਿਸੇ ਦੇ ਘਰ ਬਰਤਨ ਤੇ ਕੱਪੜੇ ਧੋਂਦੀ ਆ। ਇਹਦਾ ਮੀਆਂ ਜਿਹੜਾ ਹੈ ਉਹ ਰਕਸ਼ਾ ਚਲਾਉਂਦਾ, ਕਿਸੇ ਦਾ ਕਿਰਾਏ ਤੇ 400 ਰੁਪਈਆ ਡੇਲੀ ਮਾਲਕ ਜਿਹੜਾ ਰਕਸ਼ੇ ਵਾਲਾ ਉਹਨੂੰ ਦਿੰਦਾ। ਕੋਈ ਜਿਹੜੀ ਰੋਜ਼ੀ ਬਚਦੀ ਬੱਚਿਆਂ ਦੀ ਉਹ ਲੈ ਕੇ ਆਉਂਦਾ, ਔਰ ਫਿਰ ਬੱਚੀ ਵਾਸਤੇ ਜੇ ਕੋਈ ਤੌਫੀਕ ਹੋਵੇ ਤੇ ਲੈ ਆਉਂਦਾ, ਨਹੀਂ ਆ ਤਾਂ ਬਹੁਤ ਮੁਸ਼ਕਲ ਗੁਜ਼ਾਰਾ ਇਸ ਖਾਨਦਾਨ ਦਾ। ਸਾਨੂੰ ਖੁਦ ਬਰਦਾਸ਼ਤ ਨਹੀਂ ਹੁੰਦਾ ਸੁਣ ਕੇ। ਹਾਂ, ਔਰ ਇਹ ਬੱਚੇ ਦੀ ਜਿਹੜੀ ਮਾਸੀ ਆ ਜਿਸ ਦੇ ਘਰ 'ਚ ਰਹਿ ਰਿਹਾ ਇਹ, ਔਰ ਉਹ ਖੁਦ ਲੋਕਾਂ ਦੇ ਘਰ ਬਰਤਨ ਤੇ ਕੱਪੜੇ ਧੋਂਦੀ ਉਹ। ਬਾਬਾ ਜੀ ਤੁਸੀਂ ਇਹਨਾਂ ਦੇ ਕੀ ਲੱਗਦੇ ਬਾਬਾ ਜੀ ਤੁਸੀਂ? ਮੈਂ ਇਹਨਾਂ ਦਾ ਹਮਸਾਇਆ ਵਾਂ, ਤਕਰੀਬਨ 16 ਸਾਲ ਤੋਂ ਹਮਸਾਇਆ ਮੈਂ ਇਹਨਾਂ ਦੇ ਨਾਲ। ਹਰ ਤਰੀਕੇ ਦਾ ਜੋ ਮੇਰੇ ਤੋਂ ਹੋ ਸਕਦਾ ਇਹਨਾਂ ਦੇ ਬੱਚਿਆਂ ਵਾਸਤੇ ਮੈਂ ਉਹ ਹਾਂ ਕਰਦਾ ਮਦਦ ਇਹਨਾਂ ਦੀ, ਜੋ ਵੀ ਮੇਰੇ ਕੋਲ ਤੌਫੀਕ ਹੁੰਦੀ ਹੈ। ਇਦਾਂ ਦਾ ਹਮਸਾਇਆ ਨਾ ਰੱਬ ਸੋਹਣਾ ਸਾਰਿਆਂ ਨੂੰ ਦੇਵੇ। ਇਹਨਾਂ ਦਰਦੇ ਤੇ ਰੱਖਣ ਵਾਲਾ, ਇਹਨਾਂ ਅੱਲਾ ਦੇ ਕਰੀਬ ਬੰਦਾ। ਤੇ ਬਹੁਤ ਮੁਸ਼ਕਲ ਵਕਤ ਗੁਜ਼ਰਿਆ। ਮਿਹਰਬਾਨੀ ਕਰਕੇ ਜਿਹੜੇ ਵੀ ਭਰਾ ਸੁਣ ਰਹੇ ਇਹਨਾਂ ਦੀ ਜ਼ਰੂਰ ਮਦਦ ਕਰੋ। ਹਾਂ, ਤੁਹਾਡੀ ਬੜੀ ਮਿਹਰਬਾਨੀ। ਅੱਲਾ ਔਰ ਉਸ ਦੇ ਰਸੂਲ ਨੂੰ ਰਾਜ਼ੀ ਕਰੋ। ਦੁਖੀ ਇਨਸਾਨ ਦੀ ਮਦਦ ਕਰਨਾ ਅੱਲਾਹ ਤਾਲਾ ਦਾ ਫਰਮਾਨ ਆ ਕਿ ਕਿਸੇ ਦੁਖੀ ਦਾ ਹਾਂਜੀ ਮਦਦ ਕਰੋ ਤਾਂ ਅੱਲਾਹ ਤਾਲਾ ਜ਼ਾਤ ਖੁਦ ਉਸ ਨੂੰ ਉਸ ਦੀ ਮਦਦ ਕਰੇ, ਔਰ ਜੰਨਤ ਵਿੱਚ ਅੱਲਾਹ ਤਾਲਾ ਜ਼ਾਤ ਉਹਨਾਂ ਨੂੰ ਜਗ੍ਹਾ ਦਿੰਦੀ ਹੈ ਇਨਸ਼ਾਅੱਲਾ। ਔਰ ਤੁਹਾਡੀ ਬੜੀ ਮਿਹਰਬਾਨੀ ਹੈ। ਸਾਰੇ ਭੈਣ ਭਰਾਵਾਂ ਜਿਹੜੇ ਵੀ ਸੁਣ ਰਹੇ ਇਹਨਾਂ ਦੀ ਮਦਦ ਕਰੋ। ਇਹਨਾਂ ਦੇ ਵਸੀਲੇ ਨਾਲ ਅੱਲਾਹ ਤਾਲਾ ਨੇ ਇਹਨਾਂ ਨੂੰ ਭੇਜਿਆ ਸਾਡੇ ਕੋਲੇ, ਤੇ ਇਹਨਾਂ ਦੇ ਵਸੀਲੇ ਨਾਲ ਜੋ ਕੁਝ ਵੀ ਆ ਅਸੀਂ ਅੱਜ ਤੁਹਾਡੇ ਕੋਲ ਰਿਕੁਐਸਟ ਕਰ ਚੁੱਕੇ ਹਾਂ। ਤੇ ਮਿਹਰਬਾਨੀ ਕਰੋ, ਜੋ ਵੀ ਹੋ ਸਕਦਾ ਇਹਨਾਂ ਦੀ ਤੌਫੀਕ ਮਦਦ ਕਰੋ। ਅੱਲਾਹ ਤਾਲਾ ਤੁਹਾਨੂੰ ਜਜ਼ਾ ਦੇਗਾ ਇਸ ਦਾ। ਆਮੀਨ ਸੁਆਮੀਨ ਜੀ, ਇਨਸ਼ਾਅੱਲਾ ਜੀ। ਅੱਲਾਹ ਪਾਕ ਖੈਰ ਕਰੂਗਾ। ਰੱਬ ਸੋਹਣਾ ਤੁਹਾਨੂੰ ਵੀ ਬਹੁਤ ਜ਼ਿਆਦਾ ਰਿਜ਼ਕੇ ਹਲਾਲਾਂ ਨਵਾਜ਼ੇ। ਅੱਲਾਹ ਪਾਕ ਤੁਹਾਡੀ ਦੁਨੀਆ ਵੀ ਆਸਾਨ ਕਰੇ, ਤੁਹਾਡੀ ਆਖਰਤ ਵੀ ਆਸਾਨ ਕਰੇ। ਆਮੀਨ। ਅੱਲਾਹ ਪਾਕ ਤੁਹਾਡੇ ਜਿਹਾ ਹਮਸਾਇਆ ਸਾਨੂੰ ਵੀ ਦੇਵੇ ਤੇ ਸਾਰਿਆਂ ਨੂੰ ਦੇਵੇ। ਆਮੀਨ। ਇਹਨਾਂ ਦਰਦੇ ਦੇ ਰੱਖਣ ਵਾਲਾ ਬੰਦਾ। ਤੇ ਫਿਰ ਬਜ਼ੁਰਗਾਂ ਨੇ ਆਪਣੇ ਕੋਲੋਂ ਪੈਸੇ ਵੀ ਕੱਢ ਕੇ ਅੱਲਾ ਦੀ ਰਾਹ ਤੇ ਖਰਚ ਕੀਤੇ, ਬੇਟੀ ਨੂੰ ਦਿੱਤੇ। ਫਿਰ ਉਹਨਾਂ ਦੀਆਂ ਅੱਖਾਂ ਦੇ ਆਂਸੂ ਦੱਸ ਰਹੇ ਆ, ਹਮਸਾਏ ਆ, ਉਹਨਾਂ ਦੀਆਂ ਅੱਖਾਂ ਦੇ ਆਂਸੂ ਦੱਸ ਰਹੇ ਆ ਇਸ ਫੈਮਿਲੀ ਤੇ ਕੀ ਬੀਤਣ ਡਈ ਆ। ਨਹੀਂ ਦੇਖ ਕੇ ਕਰ ਸਕਦੇ, ਉਹ ਖੁਦ ਨਹੀਂ ਇਸ ਤਰ੍ਹਾਂ ਸਰਵਾਈਵ ਕਰ ਪਾਉਂਦੇ। ਪੂਰੀ ਫੈਮਿਲੀ ਸਟਰੋਂਗ ਨਹੀਂ ਹੈ ਕਿ ਉਹ ਕਰ ਪਾਉਣ। ਹਮਸਾਏ ਹੋ ਗਏ, ਤੁਸੀਂ ਦੇਖੋ ਕਿ ਬੇਟੀ ਦੀ ਕੀ ਸਿਚੁਏਸ਼ਨ ਹੋ ਗਈ। ਤੇ ਬਾਕੀ ਇਨਸ਼ਾ ਅੱਲਾਹ ਤਾਲਾ ਬਜ਼ੁਰਗੋ ਅਸੀਂ ਬਹੁਤ ਜਲਦੀ ਇਸ ਫੈਮਿਲੀ ਕੋਲ ਆਵਾਂਗੇ। ਅਸੀਂ ਇਨਸ਼ਾ ਅੱਲਾਹ ਤਾਲਾ ਇਹਨਾਂ ਨੂੰ ਇੱਕ ਆਕਸੀਜਨ ਵਾਲੀ ਮਸ਼ੀਨ ਵੀ ਲੈ ਕੇ ਦੇਵਾਂਗੇ। ਪਲੱਸ ਅੱਲਾਹ ਦਾ ਇਨਸ਼ਾ ਅੱਲਾਹ ਤਾਲਾ ਕੋਈ ਫਰਿਸ਼ਤਾ ਉੱਠੂਗਾ ਜਿਹੜਾ ਇਹਨਾਂ ਨੂੰ ਮੰਥਲੀ ਸਪੋਰਟ ਕਰੂਗਾ ਇਨਸ਼ਾ ਅੱਲਾਹ। ਆਮੀਨ ਇਨਸ਼ਾ ਅੱਲਾਹ ਤਾਲਾ ਦਾ
ਤੁਹਾਨੂੰ ਇਸ ਚੀਜ਼ ਦਾ ਅਜਰ ਦੇ, ਅੱਲਾਹ ਤਾਲਾ ਤੁਹਾਨੂੰ ਹੋਰ ਤੌਫੀਕ ਦੇ, ਜਿਹੜਾ ਇਹਨਾਂ ਗਰੀਬਾਂ ਦੀ ਜਿਹੜਾ ਹਾਂਜੀ ਮਦਦ ਵਾਸਤੇ ਅੱਗੇ ਆਉਂਦੇ ਆ ਹਾਂਜੀ। ਅੱਲਾਹ ਤਾਲਾ ਤੁਹਾਨੂੰ ਇਸ ਚੀਜ਼ ਦੀ ਤੌਫੀਕ ਦੇ ਕਿ ਜਿਤਨੇ ਦੁਖੀ ਲੋਕ ਆ ਉਹਨਾਂ ਦੀ ਮਦਦ ਵਾਸਤੇ ਅੱਗੇ ਆਉਂਦੇ ਆ। ਔਰ ਇਸ ਤਕਰੀਬਨ 16 ਸਾਲ ਤੋਂ ਮੈਂ ਇਹ ਫੈਮਿਲੀ ਜਿਹੜੀ ਆ ਇਹ ਮੇਰੇ ਹਮਸਾਏ ਆ। ਇਹਨਾਂ ਦਾ ਜਿਹੜਾ ਮੀਆਂ ਸੀ ਇਸ ਭੈਣ ਦਾ ਬੇਟੀ ਦਾ ਮੀਆਂ, ਉਹ ਵਿਚਾਰਾ ਕਦੇ ਰੇਹੜੀ ਚਲਾਉਂਦਾ, ਖੋਤੀ ਰੇਹੜੀ ਤੇ ਮਜ਼ਦੂਰੀ ਕਰਦਾ ਸੀ, ਕਦੇ ਪੱਲੇਦਾਰੀ ਕਰਦਾ, ਕਦੇ ਜਿੱਥੇ ਮਜ਼ਦੂਰੀ ਲੱਭਦੀ ਉਹ ਵਿਚਾਰਾ ਕਰਦਾ। ਹੁਣ ਕਿਰਾਏ ਦਾ ਰਕਸ਼ਾ ਉਸਦੇ ਕੋਲ ਆ ਕਿਸੇ ਦਾ, 400 ਰੁਪਏ ਸ਼ਾਮ ਨੂੰ ਰੋਜ਼ ਮਾਲਕ ਆ ਜਾਂਦਾ ਲੈਣ ਕਿਰਾਏ ਵਾਲਾ। ਰਕਸ਼ਾ ਕਿਰਾਏ ਦਾ ਇਹਨਾਂ ਦੇ ਕੋਲ? ਰਕਸ਼ਾ ਕਿਰਾਏ ਦਾ ਵਾ ਉਸਦਾ। ਅੱਛਾ। ਤੇ ਉਹ ਕਿਰਾਏ ਦਾ ਰੋਜ਼ 400 ਰੁਪਏ ਉਹ ਕਿਰਾਏ ਵਾਲਾ ਲੈਂਦਾ। ਫਿਰ ਟੁੱਟ ਭੱਜ ਉਹਦੀ ਆ, ਬੱਚਿਆਂ ਦਾ ਖਰਚਾ, ਬੱਚਿਆਂ ਦੀਆਂ ਕਾਪੀਆਂ, ਬੱਚੀ ਇੱਕ ਇਹਨਾਂ ਦੀ ਕਾਲਜ ਵਿੱਚ ਪੜ੍ਹਦੀ ਅੱਗੇ ਲੈ ਕੇ ਆਣਾ ਕੈਮਰਾ, ਇੱਥੇ ਆਓ, ਇੱਥੇ ਆਓ, ਇੱਥੇ ਆ ਕੇ ਤੁਸੀਂ ਇਹ ਚੀਜ਼ ਦਿਖਾਓ। ਇਹ ਸਾਹਮਣੇ ਅਲਮਾਰੀ ਦਿਖਾਓ ਜੀ ਸਾਹਮਣੇ। ਇਸ ਘਰ ਦਾ ਵੀ ਅੰਦਾਜ਼ਾ ਹੋ ਜਾਣਾ ਕਿ ਜਿਸ ਘਰ 'ਚ ਬਾਜੀ ਆਈ ਆ, ਇਹ ਘਰ ਕਿੰਨਾ ਕੁ ਜ਼ਿਆਦਾ ਅਮੀਰ ਆ ਨਾ। ਕੋਈ ਇਹ ਨਾ ਵੀਰਾ ਕਵੇ ਵੀ ਇੱਥੇ ਵੀ ਕੋਈ ਪਤਾ ਨਹੀਂ ਮਹੱਲ ਖੜੇ ਸੀ ਜਾਂ ਕੋਠੀਆਂ ਖੜੀਆਂ ਸੀ। ਇਹਦਾ ਵੀ ਗੁਜ਼ਾਰਾ ਇਸੇ ਤਰ੍ਹਾਂ ਦਾ ਹੀ ਹੋ ਰਿਹਾ ਜਿਸ ਘਰ ਦੇ ਵਿੱਚ ਰਹਿਦਾ। ਬੈਠੇ। ਇਹ ਬੇਟੀ ਜਿਹੜੀ ਆ, ਇਸ ਦੀ ਇੱਕ ਬੇਟੀ ਕਾਲਜ ਵਿੱਚ ਪੜ੍ਹਦੀ ਆ, ਇੱਕ ਬੇਟੀ ਹੁਣ 9ਵੀਂ 'ਚ ਪੜ੍ਹਦੀ ਆ, ਇੱਕ ਬੇਟਾ 6ਵੀਂ 7ਵੀਂ 'ਚ ਪੜ੍ਹਦਾ, ਇੱਕ 5ਵੀਂ ਦੇ ਵਿੱਚ ਆ। ਇਹ ਪਤਾ ਨਹੀਂ ਕਿਸ ਤਰੀਕੇ ਨਾਲ ਇਹਨਾਂ ਦਾ ਗੁਜ਼ਾਰਾ ਚੱਲ ਰਿਹਾ, ਉਹ ਕਿਸ ਤਰੀਕੇ ਕਿਤਾਬਾਂ ਕਾਪੀਆਂ ਇਹ ਪੂਰੀਆਂ ਕਰ ਰਹੇ ਆ। ਅੱਲਾਹ ਪਾਕ ਖੈਰ ਕਰੂਗਾ ਬਾਬਾ ਇਹਨਾਂ ਨੇ ਜੀ। ਬੜੀ ਬੱਚੀ ਨੂੰ 10ਵੀਂ ਤੋਂ ਬਾਅਦ ਹਟਾ ਦਿੱਤਾ। ਫਿਰ ਮੈਂ ਬੜੀ ਮੁਸ਼ਕਲ ਨਾਲ ਕਹਿ ਕੇ ਇਹਨਾਂ ਨੂੰ ਮਜਬੂਰ ਕੀਤਾ ਕਿ ਨਹੀਂ ਹਟਾਉਣਾ, ਇਹਨੂੰ ਪੜ੍ਹਾਉਣਾ, ਬੱਚੀ ਨੂੰ ਪੜ੍ਹਾਉਣਾ। ਤੇ ਫਿਰ ਇਹਨਾਂ ਦੀ ਮਿਹਰਬਾਨੀ ਹੈ, ਮੇਰੀ ਗੱਲ ਮੰਨ ਕੇ ਇਹਨਾਂ ਨੇ ਅੱਗੇ ਦਾਖਲ ਕਰਾ ਦਿੱਤਾ ਕਾਲਜ ਦੇ ਵਿੱਚ। ਅਸੀਂ ਨਾ ਇਹ ਉਸ ਆਬਾਦੀ ਦੇ ਵਿੱਚ ਖੜੇ ਆ ਜਿੱਥੇ ਇਹ ਤੋਂ ਪਹਿਲੇ 105 ਸਾਲ ਵਾਲਾ ਬਾਬਾ ਜਿਹੜਾ ਉਹਦੀ ਦੁਕਾਨ ਬਣ ਹਟੀ ਆ। ਇਹ ਤੋਂ ਪਹਿਲੇ ਇਸੇ ਆਬਾਦੀ ਦੇ ਵਿੱਚ ਇੱਕ ਬੇਟੀ ਮਿਸਬਾ ਆ, ਉਹਨੂੰ ਅਸੀਂ ਸਕੂਲੇ ਦਾਖਲ ਕਰਵਾਇਆ, ਉਹਦੀ ਭੈਣ ਨੂੰ ਦਾਖਲ ਕਰਾਇਆ। ਫਿਰ ਇੱਕ ਬੇਟੀ ਹੋਰ ਆ ਜਿਹਦੇ ਅਸੀਂ ਸਕੂਲ ਦੀ ਫੀਸ ਦਾ ਕੀਤਾ, ਤੇ ਅੱਜ ਅਲਹਮਦੁਲਿਲਾ ਉਹ ਬੇਟੀ ਨੇ ਟਾਪ ਕੀਤਾ, ਟੋਬੇ ਦੇ ਵਿੱਚ ਟਾਪ ਕੀਤਾ। ਇਨਸ਼ਾ ਅੱਲਾਹ ਤਾਲਾ ਉਹ ਵੀ ਤੁਹਾਨੂੰ ਦਿਖਾਵਾਂਗੇ ਉਸ ਫੈਮਿਲੀ ਦਾ ਵੀ। ਅੱਛਾ ਜੀ, ਬੇਟੀ ਮਾਸ਼ਾਅੱਲਾ ਬਹੁਤ ਪਿਆਰੀ ਆ, ਲੇਕਿਨ ਮੰਜੀ ਤੇ ਪਈ ਨਾ ਨਜ਼ਰ ਨਹੀਂ ਆ ਰਹੀ। ਤੇ ਵਜ੍ਹਾ ਕੀ ਆ? ਸਿਰਫ ਆਕਸੀਜਨ ਦੇ ਸਿਲੰਡਰ ਆ ਤੇ ਫੇਫੜੇ ਖਤਮ ਹੋ ਗਏ ਆ। ਤੇ ਵੀਰਿਆਂ ਨੇ ਇਹ ਕਰਨਾ ਆ ਕਿ ਸਾਡੇ ਨਾਲ ਖੜੇ ਹੋਣਾ ਇਸ ਕਾਰੇ ਖੈਰ ਦੇ ਵਿੱਚ, ਤਾਂ ਕਿ ਅਸੀਂ ਆਪਣੀ ਬੇਟੀ ਲਈ ਇੱਕ ਮਸ਼ੀਨ ਦਾ ਅਰੇਂਜ ਕਰ ਸਕੀਏ। ਇਹਦੇ ਨਾਲ ਹੀ ਅਸੀਂ ਅਗਲਾ ਜਿਹੜਾ ਪ੍ਰੋਸੀਜਰ ਆ ਕਿ ਬੇਟੀ ਨੂੰ ਖੁਰਾਕ ਚਾਹੀਦੀ ਬੇਸਿਕ, ਤੇ ਉਹਦੇ ਲਈ ਕੋਈ ਵੀ ਐਸਾ ਅੱਲਾ ਦਾ ਫਰਿਸ਼ਤਾ ਸਿਫਤ ਇਨਸਾਨ ਜਿਹੜਾ ਇਸ ਫੈਮਿਲੀ ਨਾਲ ਖੜਾ ਹੋ ਸਕੇ, ਤਾਂ ਕਿ ਅਸੀਂ ਇਹਨਾਂ ਨੂੰ ਡਾਇਰੈਕਟਲੀ ਸਪੋਰਟ ਕਰ ਸਕੀਏ। ਤੇ ਬਹੁਤ ਹੀ ਬੁਰੀ ਜੀ ਸਿਚੁਏਸ਼ਨ ਆ। ਤੇ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦੇਣਾ। ਚੈਨਲ ਨਹੀਂ ਫਾਲੋ ਕੀਤਾ ਫਾਲੋ ਕਰ ਲੈਣਾ। ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ। ਤੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ। ਬਹੁਤ ਸ਼ੁਕਰੀਆ ਵੀਰਿਆਂ ਦਾ। ਜਜ਼ਾਕ ਅੱਲਾ ਵਸਲਾਮ ਜੀ।